चिन्ह अर वर्ण जात अर पात नहन जे रूप रंग अर रेख पेख को कह ना सकत के अचल मूरत अनभव प्रकाश अमितोज कहिंजै कोट इंद्र इंद्राण साहे सहान गणिजै तिरभवन महीप सुर नार असुर नेत नेत बाण तृण कहत त्वै सर्व नाम कथै कवन कर्म नाम वर्णत सुमत मैं नाही किश हूँ नहीं काश आहे ना मुरा अवसर लज्जा राख लियो सदना जान तुरा ज्यों बुलावे त्यों बोले स्वामी कुदरत कवन हमारी साध संग नानक जस गायो जो प्रभ की आत प्यारी साध संग नानक जस गायो जो प्रभ की आत प्यारी। सतनाम श्री वाहिगुरु साहिब जीओ। महादिवस मूरत भले जिस को नदर करे नानक मंगै दर्श दान कृपा कहो हरे। 12 माह मांझ महला पंजवा घर चौथा एक ओंकार सतगुर प्रसाद। मंगर माहे सुहंदिया हर पिर संग बैठड़िया तिनकी शोभा क्या गणी जे साहिब मेलड़िया। तन मन मौलिया राम स्यों संग साध सहेलड़िया। साध जना ते बाहरी से रहन अकेलड़िया। तिन दुख न कबहू उतर से जम का वस पड़िया। जिनी राव्या प्रभ अपना से दर्शन नत खड़िया। रतन जवेहर लाल हार कंठ तन जड़िया। नानक बांशा तूड़ तिन प्रभ सरणी दर पड़िया। मंगर प्रभ आराधना बहुड़न जन मड़िया। मंगर माहे सोहंदिया। वाहिगुरु जी का खालसा वाहिगुरु जी की फतेह। परम सन्मानयोग गुरु खालसा साध संगत जीओ, अज मगर दे महीने दी संगरांद दा दिहाड़ा है। आप संगतां ने अमृत वेले तो लैके हुण तक सतगुरु दे पावन पवित्र सोहने दरबार दियां हाजरियां भरियां हन। सतगुरु दी बाणी हर जा सरवण कीता है। हुण
ਕਥਾ ਦਾ ਸਮਾਂ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਦੋਹੇ ਥਾ ਬਾਣੀ ਕਾ ਮੋਹਿ ਥਾ, ਜਿਨ੍ਹਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਸੰਪਾਦਿਤ ਕੀਤੀ, ਜਿਨ੍ਹਾਂ ਨੂੰ ਮਥੁਰਾ ਭੱਟ ਜੀ ਨੇ ਗੁਰੂ ਅਰਜਨ ਪ੍ਰਤੱਖ ਹਰ ਆਖਿਆ, ਉਹਨਾਂ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤਾ ਹੈ ਜੀ। ਅੱਜ ਸਾਡੇ ਪਾਸ ਸਤਿਗੁਰੂ ਦੀ ਬਾਣੀ ਦਾ ਬੇਸ਼ਕੀਮਤੀ ਖਜ਼ਾਨਾ ਹੈ, ਤਾਂ ਸਾਰੀ ਕੌਮ ਮਾਲਾ ਮਾਲ ਹੋ ਰਹੀ ਹੈ। ਪੀਊ ਦਾਦੀ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਪਿਆ ਨਿਦਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ। ਖਾਵੈ ਹੈ ਖਰਚ ਹੈ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਦੋ ਜਾਈ। ਇਹੋ ਤਨ ਅਖੁੱਟ ਨਾਨਕ ਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਟੋਟ ਨਾਹੀ ਰੇ ਮੁਕੇ। ਗੁਰਬਾਣੀ ਇੱਕ ਐਸਾ ਖਜ਼ਾਨਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਚੋ ਪ੍ਰਸਾਦ ਪਾਵੇ। ਜੈਸੇ ਪਰਬਤ ਮਦ ਹੀਰੇ ਮਾਣਕ ਪਾਰ ਸਿੱਧ, ਖਨ ਵਾਰਾ ਖਨ ਜਗ ਵਿਖੈ ਪ੍ਰਗਟਾਵੇ। ਜੈਸੇ ਬਣ ਵਿਖੇ ਮਲਿਆਗਰ ਸੋਂਦਾ ਕਪੂਰ, ਸੋਧ ਕੈ ਸੁਬਾਸੀ ਸੁਬਾਸ ਬੈਸਾਵੇ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਗੁਰਬਾਣੀ ਐਸਾ ਖਜ਼ਾਨਾ ਹੈ। ਉਹ ਕਿਹੜੀ ਚੀਜ਼ ਹੈ, ਕਿਹੜਾ ਪਦਾਰਥ ਹੈ, ਕਿਹੜੀ ਵਸਤੂ ਹੈ ਜਿਹੜੀ ਇੱਥੋਂ ਨਹੀਂ ਮਿਲ ਸਕਦੀ। ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਪਰੋਂ ਭਲਾਈ। ਜਿਹੜੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਘਰ ਨੂੰ ਛੱਡ ਕੇ ਹੋਰ ਪਾਸੇ ਭਟਕਦੇ ਫਿਰਦੇ ਨੇ, ਉਹ ਭਰਮ ਦੇ ਵਿੱਚ ਹੀ ਠੋਕਰਾਂ ਖਾਂਦੇ ਫਿਰਦੇ ਨੇ। ਇਹ ਇੱਕ ਐਸਾ ਅਮੋਲਕ ਖਜ਼ਾਨਾ ਹੈ। ਜਿਵੇਂ ਜਿਵੇਂ ਅਸੀਂ ਇਸ ਗੁਰਬਾਣੀ ਦੇ ਖਜ਼ਾਨੇ ਦੇ ਨਾਲ ਸਾਂਝ ਪਾਉਂਦੇ ਹਾਂ, ਸਾਂਝ ਕਿਵੇਂ ਪੈਂਦੀ ਹੈ? ਕੋਈ ਗਾਵੇ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਇੱਕ ਤਾਂ ਹੈ ਸੌਖਾ ਤਰੀਕਾ ਗੁਰਬਾਣੀ ਦੇ ਨਾਲ ਸਾਂਝ ਪਾਉਣ ਦਾ, ਉਹ ਹੈ ਕੋਈ ਗਾਵੇ, ਕੀਰਤਨ ਨਾਲ ਜੁੜਨਾ। ਦੂਸਰਾ ਹੈ ਕੋ ਸੁਣੈ, ਬੈਠ ਕੇ ਪ੍ਰੇਮ ਦੇ ਨਾਲ ਬਾਣੀ ਨੂੰ ਕੀਰਤਨ ਨੂੰ ਸੁਣਨਾ। ਤੀਜਾ ਤਰੀਕਾ ਹੈ ਕੋਈ ਕਰੈ ਵਿਚਾਰ, ਗੁਰਬਾਣੀ ਦੇ ਵਿਚਾਰ ਨਾਲ ਜੁੜਨਾ। ਪਰ ਨਾਲ ਹੀ ਹਜ਼ੂਰ ਨੇ ਫਰਮਾਇਆ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ। ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਸਾ ਹੋਏ। ਬਾਣੀ ਦੀ ਵਿਚਾਰ ਹਰ ਕੋਈ ਨਹੀਂ ਕਰ ਸਕਦਾ। ਜਿਸ ਉੱਤੇ ਸਤਿਗੁਰੂ ਦੀ ਮਿਹਰ ਹੋਵੇ, ਜਿਹਨੂੰ ਇਸ ਖਜ਼ਾਨੇ ਦੀ ਸੋਝੀ ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਹਨ, ਉਹੀ ਹੀਰੇ ਮੋਤੀ ਲੱਭ ਕੇ ਉਹ ਅੱਗੇ ਵੀ ਵਰਤਾਉਂਦਾ ਹੈ ਤੇ ਆਪ ਵੀ ਉਸੋਂ ਲਾਹਾ ਲੈਂਦਾ। ਇਹ ਖਜ਼ਾਨਾ ਕਦੀ ਮੁੱਕਣ ਵਾਲਾ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ
ਇੱਕ 12ਵਾਂ ਬਾਣੀ ਉਚਾਰਨ ਕੀਤੀ ਹੈ। 12ਵਾਂ ਬਾਣੀ ਦਾ ਸਿਰਲੇਖ ਹੀ ਦੱਸਦਾ ਹੈ, ਇਸ ਬਾਣੀ ਦੇ ਵਿੱਚ 12 ਮਹੀਨਿਆਂ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਗਿਆ ਹੈ। ਜੋ ਪੁਰਾਣਾ ਹਿੰਦੁਸਤਾਨ ਦਾ, ਇੰਡੀਆ ਦਾ ਸੰਮਤ ਸੀ, ਉਸ ਨੂੰ ਬਿਕਰਮੀ ਸੰਮਤ ਆਖਿਆ ਜਾਂਦਾ ਸੀ। ਉਸ ਬਿਕਰਮੀ ਸੰਮਤ ਨੂੰ ਮੁੱਖ ਰੱਖਦਿਆਂ ਹੋਇਆਂ ਹਜੂਰ ਨੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ। ਨਾਨਕਸ਼ਾਹੀ ਸੰਮਤ ਵਿੱਚ ਵੀ ਉਸੇ ਮਹੀਨਿਆਂ ਨੂੰ ਹੀ ਪ੍ਰਵਾਨ ਕੀਤਾ ਗਿਆ ਹੈ। ਅੱਜ ਮੱਘਰ ਦਾ ਮਹੀਨਾ ਆਰੰਭ ਹੋਇਆ, ਕਾਤਕ ਦਾ ਮਹੀਨਾ ਸੰਪੂਰਨ ਹੋਇਆ ਕੱਲ, ਅੱਜ ਮੱਘਰ ਦਾ ਮਹੀਨਾ ਚੜ੍ਹਿਆ। ਇਸ ਮੱਘਰ ਦੇ ਮਹੀਨੇ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਮੰਮੇ ਨੂੰ ਟਿੱਪੀ ਦੇ ਨਾਲ ਲਿਖਿਆ। ਮੰਗਰ ਮਾਹੇ ਸੁਹੰਦੀਆ, ਮੰਗਰ ਸ਼ਬਦ ਨਾਲ ਸੰਬੋਧਨ ਕੀਤਾ। ਕੁਝ ਵਿਦਵਾਨਾਂ ਦੀ ਖੋਜ ਅਨੁਸਾਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਵਿੱਤਰ ਬਾਣੀ ਲਿਖਵਾਈ, ਉਸ ਵੇਲੇ ਪੰਜਾਬੀ ਦੇ ਵਿੱਚ ਅਦਕ ਦੀ ਵਰਤੋਂ ਤੇ ਬਿੰਦੀਆਂ ਦੀ ਵਰਤੋਂ ਬਹੁਤ ਨਾ ਮਾਤਰ ਹੋਇਆ ਕਰਦੀ ਸੀ। ਅਦਕ ਦੀ ਵਰਤੋਂ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀਤੀ ਨਹੀਂ ਮਿਲਦੀ। ਨਾ ਹੀ ਜਿਹੜੀ ਪੈਰ ਵਿੱਚ ਬਿੰਦੀ ਲੱਗਦੀ ਹੈ ਉਹਦੀ ਵਰਤੋਂ ਵੀ ਨਹੀਂ ਮਿਲਦੀ। ਉਸ ਵੇਲੇ ਇਹ ਹਾਲੇ ਰਿਵਾਜ ਪਿਆ ਵੀ ਨਹੀਂ ਸੀ। ਇਸੇ ਲਈ ਉਸ ਅਦਕ ਦੀ ਥਾਂ ਤੇ ਗੁਰੂ ਮਹਾਰਾਜ ਨੇ ਟਿੱਪੀ ਦਾ ਹੀ ਪ੍ਰਯੋਗ ਕੀਤਾ। ਮੰਗਰ ਮਾਹੇ ਸੁਹੰਦੀਆ। ਗਰੀਬਨ ਵਾਜ ਸਤਿਗੁਰੂ ਜੀ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ। ਇਸ ਮੱਘਰ ਦੇ ਮਹੀਨੇ ਦੁਆਰਾ ਸਾਨੂੰ ਕੀ ਕਰਨਾ ਚਾਹੀਦਾ ਹੈ। ਸਾਨੂੰ ਕਿਸੇ ਹੋਰ ਕੋਲੋਂ ਜਾ ਕੇ ਪੁੱਛਣ ਦੀ ਲੋੜ ਨਹੀਂ। ਸਾਡੇ ਗੁਰੂ ਸਮਰੱਥ ਗੁਰੂ ਨੇ, ਸਤਿਗੁਰੂ ਦੇ ਚਰਨਾਂ ਵਿੱਚ ਆਓ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਜੋ ਸਿੱਖਿਆ ਬਖਸ਼ਿਸ਼ ਕਰਦੇ ਹਨ ਉਹਨੂੰ ਸੁਣੋ, ਵਿਚਾਰੋ ਤੇ ਉਹਨੂੰ ਸਮਝੋ, ਉਹਦੇ ਉੱਤੇ ਅਮਲ ਕਰੋ। ਫਿਰ ਉਹ ਮਹੀਨਾ ਕੀ ਸਾਡੀ ਸਾਰੀ ਜ਼ਿੰਦਗੀ ਵੀ ਸਫਲ ਹੋ ਸਕਦੀ ਹੈ। ਲਓ ਗੁਰੂ ਅਰਜਨ ਦੇਵ ਮਹਾਰਾਜ ਕੀ ਸਾਨੂੰ ਉਪਦੇਸ਼ ਦਿੰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਗਰ ਮਾਹੇ ਸੁਹੰਦੀਆ, ਹਰ ਪਿਰ ਸੰਗ ਬੈਠੜੀਆ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਰਾਗ ਤੇ ਕਾਵ ਨੂੰ ਵਰਤਿਆ ਹੈ। ਰਾਗ ਤੇ ਕਾਵ ਦੋਵੇਂ ਬੜੀਆਂ ਕੋਮਲ ਕਲਾ ਨੇ। ਇਹਨਾਂ ਦਾ ਮਨੁੱਖੀ ਮਨ ਤੇ ਵੀ ਡੂੰਘਾ ਅਸਰ ਹੁੰਦਾ ਹੈ। ਇੱਥੋਂ ਤੱਕ ਜਿਹੜੇ ਪਸ਼ੂ ਪੰਛੀ ਨੇ, ਬਨਸਪਤੀ ਹੈ, ਪੌਣ ਪਾਣੀ ਆਦਿਕ ਤੱਤ ਨੇ, ਇਹਨਾਂ ਤੇ ਵੀ ਰਾਗ ਤੇ ਕਾਵ ਦਾ ਡੂੰਘਾ ਅਸਰ ਪੈਂਦਾ। ਇਹ ਜਿਹੜਾ ਰੱਬੀ ਸੰਦੇਸ਼ ਹੈ ਸਾਡੇ ਤੁਰ ਹਿਰਦੇ ਤੱਕ ਪਹੁੰਚ ਜਾਵੇ, ਇਸ ਵਾਸਤੇ ਗਰੀਬਨ ਵਾਜ ਸਤਿਗੁਰੂ ਜੀ ਨੇ ਰਾਗ ਤੇ ਕਾਵ ਦਾ ਪ੍ਰਯੋਗ ਕੀਤਾ। ਕਾਵ ਦੇ ਵਿੱਚ ਅਲੰਕਾਰ ਕਵੀ ਲੋਕ ਵਰਤਦੇ ਨੇ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ 12ਵਾਂ ਬਾਣੀ ਦੇ ਅੰਦਰ ਪਤੀ ਸਤੀ ਰੂਪਕ ਅਲੰਕਾਰ ਦੁਆਰਾ ਉਪਦੇਸ਼ ਦਿੱਤਾ ਹੈ। ਕਹਿਣ ਤੋਂ ਭਾਵ ਇਹ, ਦੁਨੀਆ ਵਿੱਚ ਦੋ ਕਿਸਮ ਦੀਆਂ ਇਸਤਰੀਆਂ ਹੁੰਦੀਆਂ ਨੇ। ਇੱਕ ਸੁਹਾਗਣਾ, ਦੂਸਰੀਆਂ ਦੁਹਾਗਣਾ। ਸੁਹਾਗਣੀ ਦੀ ਕੀ ਨਿਸ਼ਾਨੀ ਹੈ? ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਤਰ ਸੱਚ ਮੁਖ ਉਜਲਾ, ਖਸਮੈ ਮਾਹਿ ਸਮਾਏ।
ਫਿਰ ਦੁਹਾਗਣੀ ਬਾਰੇ ਵੀ ਲਿਖਿਆ, ਦੁਹਾਗਣੀ ਕਿਆ ਨਿਸ਼ਾਨੀਆਂ ਖਸਮੋਂ ਕੁੱਥੀਆਂ ਫਿਰਹਿ ਨੇ ਮਾਇਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੇ ਅੰਦਰ ਦੋ ਕਿਸਮ ਦੀਆਂ ਇਸਤਰੀਆਂ ਦੇ ਰੂਪਕ ਦੇ ਵਿੱਚ ਗੁਰਮੁਖ ਰੂਹਾਂ ਦਾ ਤੇ ਮਨਮੁਖ ਰੂਹਾਂ ਦਾ ਨਿਰਣਾ ਕੀਤਾ। ਹਜ਼ੂਰ ਫਰਮਾਉਂਦੇ ਨੇ, ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਇਸ ਮੱਘਰ ਦੇ ਮਹੀਨੇ ਵਿੱਚ ਉਹ ਜੀਵ ਰੂਪ ਇਸਤਰੀਆਂ ਸੋਭਾ ਨੂੰ ਪ੍ਰਾਪਤ ਕਰਦੀਆਂ ਨੇ, ਸੋਹਣੀਆਂ ਨੇ, ਅੱਛੀਆਂ ਲੱਗਦੀਆਂ ਨੇ, ਫੱਬਦੀਆਂ ਨੇ। ਹਰ ਪਿਰ ਸੰਗ ਬੈਠੜੀਆਂ, ਜਿਹੜੀਆਂ ਗੁਰਮੁਖ ਰੂਹਾਂ ਉਸ ਪਤੀ ਪਰਮੇਸ਼ਰ ਦੇ ਨਾਲ ਜੁੜ ਕੇ ਬੈਠਦੀਆਂ ਨੇ, ਅੰਮ੍ਰਿਤ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੀਆਂ ਨੇ, ਸਤਿਗੁਰੂ ਦੀ ਬਾਣੀ ਦਾ ਪਾਠ ਕਰਦੀਆਂ ਨੇ, ਕੀਰਤਨ ਕਥਾ ਦੇ ਨਾਲ ਜੁੜਦੀਆਂ ਨੇ। ਐਸੀਆਂ ਗੁਰਮੁਖ ਰੂਹਾਂ ਇਸ ਮੱਘਰ ਦੇ ਮਹੀਨੇ ਵਿੱਚ ਮਨੁੱਖੀ ਜੀਵਨ ਕਾਲ ਦੇ ਅੰਦਰ ਸ਼ੋਭਾ ਨੂੰ ਪ੍ਰਾਪਤ ਕਰਦੀਆਂ ਹਨ। ਤਿਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਨ੍ਹਾਂ ਗੁਰਮੁਖ ਰੂਹਾਂ ਨੂੰ ਸਾਹਿਬ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲ ਮੇਲ ਲਿਆ ਹੈ। ਉਹ ਮਿਲਾਪ ਕਿਹੋ ਜਿਹਾ ਹੈ, ਜਿਉਂ ਜਲ ਮਹਿ ਜਲ ਆਈ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਾ ਸਤਿਗੁਰ ਦਾ। ਉਹ ਗੁਰਮੁਖ ਰੂਹਾਂ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਵਿੱਚ ਅਭੇਦ ਕਰ ਲਿਆ, ਉਹਨਾਂ ਦੀ ਮਹਿਮਾ, ਉਹਨਾਂ ਦੀ ਸ਼ੋਭਾ ਕਿਵੇਂ ਕੋਈ ਬਿਆਨ ਕਰ ਸਕਦਾ ਹੈ? ਨਹੀਂ ਕੀਤੀ ਜਾ ਸਕਦੀ। ਜਿਹੜੀ ਨਦੀ ਸਾਗਰ ਵਿੱਚ ਅਭੇਦ ਹੋ ਗਈ, ਉਸ ਨਦੀ ਦਾ ਨਾਮ ਤੇ ਰੂਪ ਗਾਇਬ ਹੋ ਜਾਂਦਾ ਹੈ। ਜਿਹੜੀ ਗੁਰਮੁਖ ਰੂਹ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੀ ਹੈ, ਉਹਦੀ ਸ਼ੋਭਾ, ਉਹਦੀ ਮਹਿਮਾ ਕਥਨ ਤੋਂ ਬਾਹਰ ਹੈ। ਤਨ ਮਨ ਮੌਲਿਆ ਰਾਮ ਸਿਓ, ਸੰਗ ਸਾਧ ਸਹੇਲੜੀਆ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੀਆਂ ਐਸੀਆਂ ਸਾਧ ਗੁਰਮੁਖ ਸਖੀਆਂ ਸਹੇਲੀਆਂ ਨੇ, ਭਾਵ ਜਿਹੜੀਆਂ ਅੱਠੇ ਪੈਰ ਵਾਹਿਗੁਰੂ ਦਾ ਸਿਮਰਨ ਕਰਦੀਆਂ ਨੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਹੋਰ ਬੇਅੰਤ ਭਗਤ। ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਮੁਤਾਬਕ ਪੰਜ ਪਿਆਰੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਰਗੀਆਂ ਗੁਰਮੁਖ ਰੂਹਾਂ, ਜਿਨ੍ਹਾਂ ਦਾ ਆਪਾਂ ਕੱਲ੍ਹ ਹੀ ਸ਼ਹੀਦੀ ਦਿਹਾੜਾ ਮਨਾਇਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਬੰਦ ਕੱਟਿਆ ਗਿਆ। ਐਸੀਆਂ ਗੁਰਮੁਖ ਸਖੀਆਂ ਸਹੇਲੀਆਂ, ਉਹਨਾਂ ਦੀ ਸੰਗਤ ਕਰਕੇ ਤਨ ਮਨ ਮੌਲਿਆ ਰਾਮ ਸਿੰਘ। ਉਸ ਵਾਹਿਗੁਰੂ ਦੇ ਨਾਲ ਪ੍ਰੇਮ ਹੋ ਜਾਂਦਾ ਹੈ, ਤੇ ਜਦੋਂ ਵਾਹਿਗੁਰੂ ਦੇ ਨਾਲ ਪ੍ਰੇਮ ਹੋ ਜਾਵੇ, ਤਨ ਤੇ ਮਨ ਮੌਲਿਆ ਤੋਂ ਭਾਵ ਹਰਾ ਭਰਾ ਹੋ ਜਾਂਦਾ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਮੌਲਿਆ ਤੋਂ ਭਾਵ ਹੁੰਦਾ ਪ੍ਰਫੁੱਲਤ ਹੋ ਜਾਣਾ, ਹਰਾ ਭਰਾ ਹੋ ਜਾਣਾ, ਭਾਵ ਗੁਰਮੁਖ ਰੂਹਾਂ ਦੀ, ਮਹਾਂਪੁਰਖਾਂ ਦੀ ਸੰਗਤ ਕਰਕੇ ਇਹ ਤਨ ਤੇ ਮਨ ਹਰਾ ਭਰਾ ਹੋ ਜਾਂਦਾ ਹੈ। ਸਾਧ ਜਨਾ ਤੇ ਬਾਹਰੀ, ਸੇ ਰਹਿਨ ਅਕੇਲੜੀਆ। ਦੁਨੀਆ ਦੇ ਵਿੱਚ ਇੱਕ ਮਿਸਾਲ ਹੈ, ਜਿਹੜੀਆਂ ਪਤੀ ਨਾਲ ਆਪ ਜੁੜੀਆਂ ਹੁੰਦੀਆਂ ਨੇ, ਸੁਹਾਗਣ ਰੂਹਾਂ, ਉਹ ਦੂਜਿਆਂ ਨੂੰ ਵੀ ਸੁਹਾਗਣਾ ਬਣਾ ਦਿੰਦੀਆਂ ਨੇ, ਤੇ ਜਿਹੜੀਆਂ ਆਪ ਹੀ ਵਿਛੜੀਆਂ ਹੋਈਆਂ ਨੇ, ਉਹ ਦੂਜਿਆਂ ਨੂੰ ਨਹੀਂ ਮਿਲਾ ਸਕਦੀਆਂ। ਇਸ ਵਾਸਤੇ ਸਾਨੂੰ ਜੁੜੀਆਂ ਹੋਈਆਂ ਦੀ ਸੰਗਤ ਕਰਨੀ ਚਾਹੀਦੀ, ਟੁੱਟੀਆਂ ਹੋਈਆਂ ਦੀਆਂ ਨੇ। ਹਜ਼ੂਰ ਕਹਿੰਦੇ ਨੇ, ਸਾਧ ਜਨਾਂ ਤੇ ਬਾਹਰੀ, ਜਿਹੜੀਆਂ ਮਨਮੁਖ ਰੂਹਾਂ ਗੁਰਮੁਖ ਰੂਹਾਂ ਦੀ ਸੰਗਤ ਵਿੱਚ ਨਹੀਂ ਆਉਂਦੀਆਂ, ਉਹ ਕਹਿੰਦੀਆਂ ਸਾਨੂੰ ਤੇ ਗੁਰਦੁਆਰੇ ਜਾਣ ਦੀ ਲੋੜ ਹੀ ਕੋਈ ਨਹੀਂ, ਸਾਨੂੰ ਤੇ ਗੁਰਮੁਖਾਂ ਦੀ ਸੰਗਤ ਕਰਨ ਦੀ ਲੋੜ ਹੀ ਕੋਈ ਨਹੀਂ,
ਸੇ ਰਹਿਣ ਅਕੇਲੜੀਆਂ, ਫਿਰ ਉਹ ਬਿਲਕੁਲ ਇਕੱਲੀਆਂ ਹੀ ਰਹਿੰਦੀਆਂ ਨੇ। ਕਿਸੇ ਇਸਤਰੀ ਦੇ ਵਾਸਤੇ ਇਕੱਲਾ ਰਹਿਣਾ ਇਹ ਇੱਕ ਬਹੁਤ ਵੱਡੀ ਸਜ਼ਾ ਹੀ ਮੰਨੀ ਜਾਂਦੀ ਹੈ। ਕਿਉਂ? ਹਰ ਇਸਤਰੀ ਆਪਣੇ ਪਤੀ ਦੇ ਨਾਲ ਹੀ ਇੱਜ਼ਤ ਤੇ ਮਾਣ ਪ੍ਰਾਪਤ ਕਰਦੀ ਹੈ, ਤੇ ਜਿਹੜੀ ਪਤੀ ਤੋਂ ਵਿਛੜ ਜਾਂਦੀ ਹੈ ਤੇ ਫਿਰ ਉਹਨੂੰ ਇਕੱਲਿਆਂ ਰਹਿਣਾ ਪੈਂਦਾ। ਤਨਹਾਈ ਇਹ ਇੱਕ ਬਹੁਤ ਵੱਡਾ ਦੁੱਖ ਹੈ। ਇਸੇ ਵਾਸਤੇ ਜਦੋਂ ਕੋਈ ਆਦਮੀ ਨੂੰ ਕਾਇਦੇ ਕਾਨੂੰਨ ਦੇ ਮੁਤਾਬਕ ਸਜ਼ਾ ਮਿਲਦੀ ਹੈ ਤੇ ਕਹਿੰਦੇ ਨੇ ਇਹਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿਓ, ਉਹਦੀਆਂ ਮੁਲਾਕਾਤਾਂ ਵੀ ਬੰਦ ਹੋ ਜਾਂਦੀਆਂ ਨੇ, ਇਕੱਲੇ ਨੂੰ ਰੱਖਿਆ ਜਾਂਦਾ ਹੈ। ਇਕੱਲਾ ਆਦਮੀ ਸੋਚ ਸੋਚ ਕੇ ਪਾਗਲ ਹੋ ਜਾਂਦਾ ਹੈ। ਇਸ ਵਾਸਤੇ ਇਕੱਲਾ ਰਹਿਣਾ ਇਹ ਇੱਕ ਸਜ਼ਾ ਮੰਨੀ ਜਾਂਦੀ ਹੈ। ਗਰੀਬਨ ਵਾਸ਼ ਸਤਿਗੁਰੂ ਜੀ ਫਰਮਾਉਂਦੇ ਨੇ, ਸਾਧ ਜਨਾਂ ਤੇ ਬਾਹਰੀ ਜਿਹੜੀਆਂ ਮਨਮੁਖ ਰੂਹਾਂ ਗੁਰਮੁਖ ਰੂਹਾਂ ਦੀ ਸੰਗਤ ਤੋਂ ਬਾਹਰ ਰਹਿੰਦੀਆਂ ਨੇ ਤੇ ਫਿਰ ਉਹਨਾਂ ਨੂੰ ਇਕੱਲੀਆਂ ਰਹਿਣਾ ਪੈਂਦਾ। ਉਹਨਾਂ ਦਾ ਪਰਮੇਸ਼ਰ ਪਤੀ ਨਾਲ ਕਦੇ ਮਿਲਾਪ ਨਹੀਂ ਹੋ ਸਕਦਾ। ਤਿਨ ਦੁਖ ਨਾ ਕਬਹੂ ਉਤਰੈ, ਸੇ ਜਮ ਕੈ ਵਸ ਪੜਿਆ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਫਿਰ ਉਹਨਾਂ ਵਿਛੜੀਆਂ ਹੋਈਆਂ ਰੂਹਾਂ ਦਾ ਕਦੀ ਵੀ ਵਿਛੋੜੇ ਦਾ ਦੁੱਖ ਨਹੀਂ ਉਤਰ ਸਕਦਾ। ਜਿਹੜੀਆਂ ਪਤੀ ਤੋਂ ਵਿਛੜੀਆਂ ਨੇ ਨਾ, ਜੇ ਤੇ ਗੁਰਮੁਖ ਰੂਹਾਂ ਦੀ ਸੰਗਤ ਕਰਨ ਉਹਨਾਂ ਦਾ ਫਿਰ ਸੰਜੋਗ ਹੋ ਸਕਦਾ ਹੈ, ਪਰ ਜੇ ਉਹ ਗੁਰਮੁਖਾਂ ਦੀ ਸੰਗਤ ਵੀ ਨਹੀਂ ਕਰਦੀਆਂ, ਗੁਰਮੁਖਾਂ ਦਾ ਵੀ ਕਹਿਣਾ ਨਹੀਂ ਮੰਨਦੀਆਂ, ਫਿਰ ਉਹਨਾਂ ਨੂੰ ਇਕੱਲੀਆਂ ਹੀ ਰਹਿਣਾ ਪੈਂਦਾ। ਫਿਰ ਉਹਨਾਂ ਦਾ ਵਿਛੋੜੇ ਦਾ ਦੁੱਖ ਕਦੀ ਵੀ ਨਹੀਂ ਉਤਰ ਸਕਦਾ। ਤੇ ਫਿਰ ਉਹਨਾਂ ਦਾ ਹਸ਼ਰ ਕੀ ਹੁੰਦਾ? ਸੇ ਜਮ ਕੇ ਵਸ ਪੜੀਆਂ, ਫਿਰ ਉਹ ਜਮਾਂ ਦੇ ਵਸ ਪੈਂਦੀਆਂ ਨੇ। ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ ਜਦੋਂ ਕੋਈ ਇਸਤਰੀ ਇਕੱਲੀ ਹੁੰਦੀ ਹੈ, ਫਿਰ ਉਹਦੇ ਵੱਲ ਕਈ ਜਿਹੜੇ ਹੋਰ ਜਮਦੂਤ ਨੇ, ਵੇ ਵਿਚਾਰੀ ਵਿਕਾਰੀ ਬੰਦੇ ਨੇ, ਉਹਨਾਂ ਤੇ ਮਾੜੀ ਨਿਗਾਹ ਰੱਖਣ ਲੱਗ ਜਾਂਦੇ ਨੇ। ਉਹੀ ਉਹਨਾਂ ਲਈ ਜਮਦੂਤ ਹੁੰਦੇ ਨੇ ਜਿਹੜੇ ਉਹਨਾਂ ਦੀ ਇੱਜ਼ਤ ਦਾ ਖਿਲਵਾੜ ਕਰਨ ਲਈ ਸੋਚਦੇ ਨੇ। ਤੇ ਜਿਹੜੀਆਂ ਇੱਥੇ ਵੀ ਉਹਨਾਂ ਜਮਾਂ ਤੋਂ ਡਰਦੀਆਂ ਨੇ ਤੇ ਅੱਗੇ ਜਾ ਕੇ ਵੀ ਫਿਰ ਉਹਨਾਂ ਨੂੰ ਜਮਾਂ ਦੇ ਵਾਸੀ ਪੈਣਾ ਪੈਂਦਾ ਹੈ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜੀਆ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਨ੍ਹਾਂ ਗੁਰਮੁਖ ਰੂਹਾਂ ਨੇ ਉਸ ਆਪਣੇ ਪਤੀ ਪਰਮੇਸ਼ਰ ਅਕਾਲ ਪੁਰਖ ਦੇ ਆਨੰਦ ਨੂੰ ਮਾਣਿਆ ਹੈ, ਸੇ ਦਿਸਨ ਨਿਤ ਖੜੀਆ ਹੈ, ਉਸ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਹਮੇਸ਼ਾ ਲਈ ਬੜੀ ਸ਼ਾਨੋ ਸ਼ੌਕਤ ਦੇ ਨਾਲ, ਬੜੇ ਇੱਜ਼ਤ ਤੇ ਮਾਨ ਤੇ ਸਨਮਾਨ ਦੇ ਨਾਲ ਖੜੀਆਂ ਦਿਸਦੀਆਂ ਨੇ। ਭਾਵ ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਉਹ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਵੀ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋ, ਉਹਨਾਂ ਦਾ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਸਤਿਕਾਰ ਹੁੰਦਾ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹਨਾਂ ਦੀ ਲੋਕ ਤੇ ਪ੍ਰਲੋਕ ਵਿੱਚ ਸ਼ੋਭਾ ਹੁੰਦੀ ਹੈ। ਰਤਨ ਜਿਵੇ ਹਰ ਲਾਲ ਹਰ, ਕੰਠ ਤਨ ਜੜੀਆ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਉਹਨਾਂ ਗੁਰਮੁਖ ਰੂਹਾਂ ਦਾ ਬੜਾ ਸੋਹਣਾ ਸ਼ਿੰਗਾਰ ਵੀ ਹੁੰਦਾ। ਰਤਨ ਜਵਾਹਰਾਤ ਤੇ ਲਾਲ, ਉਹ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ। ਕੰਠ ਤੇ ਨਾ ਜੜੀਆ ਹੈ, ਉਹ ਉਹਨਾਂ ਦੇ ਕੰਠ ਦੇ ਵਿੱਚ ਜੜਿਆ ਜਾਂਦਾ। ਭਾਵ ਜਿਵੇਂ ਪੁਰਾਣੇ ਸਮੇਂ ਦਾ ਰਿਵਾਜ ਸੀ, ਹੁਣ ਵੀ ਇਹ ਇੱਕ ਰਿਵਾਜ ਹੈ ਵੀ ਇੱਕ ਰਾਣੀ ਹਾਰ ਹੁੰਦਾ ਵੀ ਜਿਹੜੀਆਂ ਬੀਬੀਆਂ ਆਪਣੇ ਗਲ ਵਿੱਚ ਪਾਉਂਦੀਆਂ ਨੇ ਤੇ ਬੜੀ ਸ਼ਾਨ ਸਮਝਦੀਆਂ। ਪਰ ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਜਿਹੜੀਆਂ ਗੁਰਮੁਖ ਰੂਹਾਂ ਨੇ, ਰਤਨ ਤੋਂ ਭਾਵ ਹੈ ਵੈਰਾਗ, ਜਾਂ ਰਤਨ ਤੋਂ ਮੁਰਾਦ ਹੈ ਪਰਮੇਸ਼ਰ ਦਾ ਨਾਮ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਉ ਤਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰੂ ਨਾਮ ਦਿਓ ਰਹਿਣ ਲੱਗ। ਪਰਮੇਸ਼ਰ ਦਾ ਨਾਮ ਰਤਨ ਹੈ।
ਤੇ ਬ੍ਰਹਮ ਗਿਆਨ ਆਤਮ ਗਿਆਨ ਜਵਾਹਰ ਹੈ। ਤੇ ਲਾਲ ਕੀ ਹੈ? ਲਾਲ ਹੈ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ। ਸਾਜ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਇਹ ਜਿਹੜਾ ਪ੍ਰੇਮ ਹੈ ਨਾ, ਇਹ ਰੱਬ ਨੂੰ ਮਿਲਣ ਦਾ ਮੁੱਖ ਸਾਧਨ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹਨਾਂ ਗੁਰਮੁਖ ਰੂਹਾਂ ਦੇ ਇਹ ਗਹਿਣੇ ਨੇ ਸ਼ੁਭ ਗੁਣ, ਰਤਨ ਪਰਮੇਸ਼ਰ ਦਾ ਨਾਮ, ਜਵੇਹਰ ਗਿਆਨ ਤੇ ਲਾਲ ਪ੍ਰੇਮ। ਇਹ ਉਹਨਾਂ ਦੇ ਕੰਠ ਦੇ ਨਾਲ ਹਮੇਸ਼ਾ ਲਈ ਜੜੇ ਰਹਿੰਦੇ ਹਨ। ਨਾਨਕ ਬਾਛੈ ਧੂੜ ਤਿਨ, ਪ੍ਰਭ ਸਰਣੀ ਦਰ ਪੜੀਆ। ਗਰੀਬ ਨਿਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੀਆਂ ਗੁਰਮੁਖ ਰੂਹਾਂ ਪ੍ਰਭ ਸਰਣੀ ਦਰ ਪੜੀਆਂ, ਜਿਹੜੀਆਂ ਉਸ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਟਹਿ ਪੈਂਦੀਆਂ ਨੇ, ਭਾਵ ਵਾਹਿਗੁਰੂ ਦੇ ਦਰ ਤੇ ਹਮੇਸ਼ਾ ਲਈ ਸ਼ਰਨ ਵਿੱਚ ਆ ਜਾਂਦੀਆਂ ਨੇ। ਨਾਨਕ ਬਾਂਛੈ ਧੂੜ ਤਿਨ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੜੀ ਨਿਮਰਤਾ ਦੇ ਨਾਲ ਆਖਦੇ ਨੇ ਕਿ ਮੈਂ ਐਸੀਆਂ ਗੁਰਮੁਖ ਰੂਹਾਂ ਦੇ ਚਰਨਾਂ ਦੀ ਧੂੜ ਚਾਹੁੰਦਾ। ਪ੍ਰਭ ਸ਼ਰਣੀ ਦਰ ਪੜੀਆਂ, ਜਿਹੜੀਆਂ ਗੁਰਮੁਖ ਰੂਹਾਂ ਵਾਹਿਗੁਰੂ ਦੇ ਦਰ ਤੇ ਟਹਿ ਪਈਆਂ ਨੇ। ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਯਸ, ਗੋਬਿੰਦ ਦਾਸ ਤੁਹਾਰ। ਜਿਨ੍ਹਾਂ ਨੇ ਇੱਕੋ ਵਾਹਿਗੁਰੂ ਪਰਮੇਸ਼ਰ ਦੀ ਓਟ ਲਈ ਹੈ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਸ। ਗੁਰਸਿੱਖ ਦਾ ਜੀਵਨ ਸੁਹਾਗਣ ਵਰਗਾ ਹੋਣਾ ਚਾਹੀਦਾ। ਸੁਹਾਗਣ ਕੌਣ ਹੈ? ਪ੍ਰਭ ਸਰਣੀ ਦਰ ਪੜੀਆ ਹੈ, ਜਿਹੜੀ ਆਪਣੇ ਪਤੀ ਪਰਮੇਸ਼ਰ ਦੇ ਦਰ ਤੇ ਉੱਤੇ ਹਮੇਸ਼ਾ ਲਈ ਪਈ ਰਹਿੰਦੀ ਹੈ, ਕਦੇ ਪਤੀ ਦਾ ਦਰ ਛੱਡ ਕੇ ਨਹੀਂ ਜਾਂਦੀ। ਇਸੇ ਤਰ੍ਹਾਂ ਗੁਰਸਿੱਖ ਨੂੰ ਗੁਰੂ ਦਾ ਦਰ ਛੱਡ ਕੇ ਕਦੇ ਨਹੀਂ ਜਾਣਾ ਚਾਹੀਦਾ। ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਨੇ ਕਿੰਨੀ ਸਾਨੂੰ ਸੁੰਦਰ ਸਿੱਖਿਆ ਦਿੱਤੀ ਹੈ। ਪਾਏ ਗਏ ਜਬ ਤੇ ਤੁਮਰੇ, ਤਬ ਤੱਕ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਇਕ ਨ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹਿ ਹਮ ਏਕ ਨ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਗਰੀਬਨ ਵਾਸ ਸਤਿਗੁਰੂ ਜੀ ਕਹਿੰਦੇ ਨੇ, ਮੈਂ ਨਾ ਗਣੇਸ਼ਾ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ? ਮੈਂ ਨਾ ਗਣੇਸ਼ਾ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਕਾਨ ਸੁਣੀ ਪਹਿਚਾਨ ਨਾ ਤੈਨ ਸੋ, ਲਿਵ ਲਾਗੀ ਮੋਰੀ ਪੱਗ ਐਨਸੋ। ਗੁਰਸਿੱਖ ਦਾ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਹੀ ਭਰੋਸਾ ਹੁੰਦਾ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮ। ਗੁਰਮੁਖ ਹਰ ਵੇਲੇ ਵਾਹਿਗੁਰੂ ਦੇ ਦਰ ਦੀ ਸ਼ਰਨ ਪਏ ਰਹਿੰਦੇ ਨੇ, ਪ੍ਰਭ ਸਰਣੀ ਦਰ ਪੜੀਆਂ। ਤੇ ਜਿਹੜੇ ਐਸੇ ਵਾਹਿਗੁਰੂ ਦੇ ਪਿਆਰੇ ਨੇ, ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ। ਕਿਉਂ? ਉਹਨਾਂ ਦੇ ਚਰਨਾਂ ਦੀ ਧੂੜ ਵੀ ਇੰਨੀ ਪਵਿੱਤਰ ਹੁੰਦੀ ਹੈ, ਉਹ ਵੱਡੇ ਵੱਡੇ ਪਾਪੀਆਂ ਦੇ ਵੀ ਪਾਪ ਨਾਸ਼ ਕਰ ਦਿੰਦੀ ਹੈ। ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ, ਜਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੈ ਤਾਰਿਆ। ਕਿੰਨੀ ਮਹਿਮਾ ਗੁਰਮੁਖ ਰੂਹਾਂ ਦੀ, ਮਹਾਂਪੁਰਖਾਂ ਦੀ ਉਚਾਰਨ ਕਰਦੇ ਹਨ। ਗੰਗਾ ਜਮਨਾ ਗੋਦਾਵਰੀ ਸੁਰਸਤੀ, ਤੇ ਕਰਹਿ ਉਦਮ ਧੂਰ ਸਾਧੂ ਕੀਤਾ। ਗੰਗਾ ਜਮਨਾ ਗੋਦਾਵਰੀ ਤੇ ਸੁਰਸਤੀ, ਇਹ ਬਹੁਤ ਵੱਡੇ ਤੀਰਥ ਮੰਨੇ ਗਏ ਨੇ।
ਜਿਹੜੇ ਭਾਰਤੀ ਲੋਕ ਨੇ ਗੰਗਾ ਜਮਨਾ ਗੋਦਾਵਰੀ ਸਰਸਵਤੀ ਨੂੰ ਬਹੁਤ ਵੱਡੇ ਤੀਰਥ ਸਮਝਦੇ ਨੇ, ਪਰ ਸਤਿਗੁਰੂ ਕੀ ਕਹਿੰਦੇ ਨੇ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ। ਜਿਹੜੇ ਵੱਡੇ ਵੱਡੇ ਤੀਰਥ ਨੇ ਉਹ ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਲਈ ਯਤਨ ਕਰਦੇ ਨੇ। ਵੀ ਜਿਹੜੇ ਨਾਮ ਦੇ ਰੰਗ ਵਿੱਚ ਰਤੇ ਹੋਏ ਮਹਾਂਪੁਰਖ ਨੇ, ਹਾਉ ਕੁਰਬਾਨਾ ਜਾਉ ਮਿਹਰਬਾਨਾ, ਹਾਉ ਕੁਰਬਾਨਾ ਜਾਉ, ਹਾਉ ਕੁਰਬਾਨਾ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਾਉ ਸਦ ਕੁਰਬਾਨਾ ਜਾਉ। ਉਹਨਾਂ ਦੇ ਚਰਨਾਂ ਦੀ ਧੂੜ ਸਾਨੂੰ ਮਿਲ ਜਾਵੇ। ਕਿਉਂ? ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਤੀਰਥਾਂ ਨਾਲੋਂ ਵੀ ਵੱਧ ਪਵਿੱਤਰ ਮੰਨੀ ਗਈ ਹੈ। ਭਗਤ ਕਬੀਰ ਜੀ ਕੋਲ ਕੁਝ ਪ੍ਰੇਮੀਆਂ ਨੇ ਸਵਾਲ ਕੀਤਾ, ਭਗਤ ਜੀ ਸਾਨੂੰ ਇਹ ਦੱਸੋ, ਤੀਰਥ ਵੱਡਾ ਹੁੰਦਾ ਜਾਂ ਵਾਹਿਗੁਰੂ ਦਾ ਦਾਸ? ਤਾਂ ਭਗਤ ਕਬੀਰ ਜੀ ਹੈਰਾਨ ਹੋਏ, ਕਹਿਣ ਲੱਗੇ, ਕਹੋ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕੀ ਹਰ ਕਾ ਦਾਸ। ਉਹ ਭਲਿਓ ਲੋਕੋ, ਤੁਹਾਨੂੰ ਹਾਲੇ ਤੱਕ ਇਸ ਗੱਲ ਦੀ ਸਮਝ ਨਹੀਂ ਆਈ। ਤੀਰਥ ਵੱਡਾ ਹੁੰਦਾ ਕਿ ਵਾਹਿਗੁਰੂ ਦਾ ਦਾਸ ਵੱਡਾ ਹੁੰਦਾ? ਤੀਰਥ ਤਾਂ ਵਾਹਿਗੁਰੂ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਨੂੰ ਲੋਚਦੇ ਨੇ, ਵੱਡਾ ਕੌਣ ਹੋਇਆ? ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ, ਕਿਲ ਵੇਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਪਾਪਾਂ ਦੀ ਮੈਲ ਦੇ ਨਾਲ ਭਰੇ ਹੋਏ ਜੀਵ ਜਦੋਂ ਤੀਰਥਾਂ ਦੇ ਵਿੱਚ ਜਾ ਕੇ ਪ੍ਰਵੇਸ਼ ਹੁੰਦੇ ਨੇ, ਉਹ ਆਪਣੇ ਪਾਪਾਂ ਦੀ ਮੈਲ ਨੂੰ, ਮਲ ਵਿਖੇਪ ਆਵਰਣ ਦੀ ਮੈਲ ਨੂੰ ਤੀਰਥਾਂ ਵਿੱਚ ਛੱਡ ਦਿੰਦੇ ਨੇ। ਤੇ ਜਿਹੜੀ ਤੀਰਥਾਂ ਨੂੰ ਮੈਲ ਚੜ੍ਹਦੀ ਹੈ ਤੇ ਉਹ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਹੀ ਉਸ ਨੂੰ ਨਾਸ ਕਰ ਸਕਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਮੈਂ ਉਹਨਾਂ ਦੀ ਚਰਨਾਂ ਦੀ ਧੂੜੀ ਨੂੰ ਚਾਹੁੰਦਾ ਹਾਂ। ਮੰਘਰ ਪ੍ਰਭ ਆਰਾਧਨ ਬਹੁੜਨਾ ਜਨਮੜੀਆ। ਇਸ ਮੱਘਰ ਦੇ ਮਹੀਨੇ ਵਿੱਚ ਸਾਨੂੰ ਕਰਨਾ ਕੀ ਚਾਹੀਦਾ ਹੈ? ਗਰੀਬਨ ਵਾਰ ਸਤਿਗੁਰੂ ਜੀ ਸਾਨੂੰ ਇੱਕੋ ਹੀ ਸੰਦੇਸ਼ ਦਿੰਦੇ ਨੇ, ਮੰਘਰ ਪ੍ਰਭ ਆਰਾਧਨ। ਇਸ ਮੱਘਰ ਦੇ ਮਹੀਨੇ ਵਿੱਚ ਹਰ ਗੁਰਸਿੱਖ ਮਾਈ ਭਾਈ ਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ, ਚਿੰਤਨ ਕਰਨਾ ਚਾਹੀਦਾ। ਬਹੁੜਨਾ ਜਨਮੜੀਆ, ਫਿਰ ਇਹਦਾ ਫਲ ਕੀ ਹੋਵੇਗਾ? ਫਿਰ ਦੁਬਾਰਾ ਮੁੜ ਕੇ ਤੁਹਾਨੂੰ ਜਨਮ ਨਹੀਂ ਲੈਣਾ ਪਵੇਗਾ। ਜਦੋਂ ਅਸੀਂ ਵਾਹਿਗੁਰੂ ਦਾ ਸਿਮਰਨ ਕਰਾਂਗੇ ਕਿ ਸਾਡਾ ਜਨਮ ਮਰਨ ਕੱਟਿਆ ਜਾਵੇਗਾ। ਇਸ ਲਈ ਹਰ ਗੁਰਸਿੱਖ ਨੂੰ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰਨ ਆਵੈ। ਪ੍ਰਭਾਤੇ ਪ੍ਰਭ ਨਾਮ ਜਪ ਨਿਸ ਬਸ ਰਿਆਰਾ। ਹਰ ਵੇਲੇ ਸਾਨੂੰ ਵਾਹਿਗੁਰੂ ਦਾ ਸਿਮਰਨ ਕਰਨ ਦੀ ਹਦਾਇਤ ਹੈ। ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੈ। ਅਸੀਂ ਸਿਮਰਨ ਕਰਨਾ ਹੈ, ਪਹਿਲਾਂ ਥੋੜਾ ਸਮਾਂ ਕਰ ਲਵੋ, ਜੇ ਨਹੀਂ ਹੁੰਦਾ ਸੰਗਤ ਵਿੱਚ ਆ ਜਾਓ। ਇੱਥੇ ਵੀ ਗੁਰੂ ਦੀ ਕਿਰਪਾ ਦੇ ਨਾਲ ਹਰ ਸ਼ਨੀਵਾਰ ਨੂੰ ਸਿਮਰਨ ਹੁੰਦਾ। ਅੱਗੇ 40 ਮੁਕਤੀਆਂ ਦੀ ਯਾਦ ਵਿੱਚ ਲਗਾਤਾਰ 40 ਦਿਨ ਸਿਮਰਨ ਵੀ ਹੁੰਦਾ। ਭਾਗਾਂ ਵਾਲੀਆਂ ਰੂਹਾਂ ਨੇ ਜਿਹੜੀਆਂ ਸਿਮਰਨ ਦੇ ਵਿੱਚ ਵੀ ਹਾਜ਼ਰੀ ਭਰਦੀਆਂ ਨੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਨਾਨਕ ਬਾਂਛੈ ਧੂੜ ਤਿਨ, ਪ੍ਰਭ ਸਰਣੀ ਦਰ ਪੜੀਆ। ਮੰਘਰ ਪ੍ਰਭ ਆਰਾਧਨ, ਬਹੁੜਨਾ ਜਨਮੜੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ।